ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਰਵਣ ਕਰਾਂਗੇ ਗੁਰਦੁਆਰਾ ਹੇਮਕੁੰਟ ਸਾਹਿਬ ਜੀ ਦਾ ਪਾਵਨ ਇਤਿਹਾਸ। ਮੈਂ ਆਪਣੀ ਕਥਾ ਬਖਾਨੋ ਆਪ ਸਾਧਕ ਜੈ ਬਿਦ ਮੋਹਿਆਨੋ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਤ ਹੈ ਤਹਾਂ ਸਪਤ ਸਰਿੰਗ ਸੋਭਤ ਹੈ ਤਹਾਂ। ਦਸਵੇਂ ਪਾਤਸ਼ਾਹ ਆਪਣੀ ਰਚਨਾ ਬਚਿੱਤਰ ਨਾਟਕ ਵਿੱਚ ਇਸ ਸਥਾਨ ਦਾ ਜ਼ਿਕਰ ਕਰਦੇ ਹਨ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸ਼ੋਭਿਤ ਹੈ ਤਹਾਂ। ਉਹ ਪਰਬਤ ਜਿੱਥੇ ਬਰਫ਼ ਦਾ ਸਰੋਵਰ ਹੈ ਤੇ ਜੋ 7 ਪਹਾੜੀਆਂ ਦੇ ਵਿਚਕਾਰ ਸੁਭਾਏਮਾਨ ਹੈ। ਸਪਤ ਸਰਿੰਗ ਤੇ ਨਾਮ ਕਹਾਵਾਂ ਪੰਡ ਰਾਜ ਜਹ ਜੋਗ ਕਮਾਵਾਂ। ਇਸ ਪਰਬਤ ਤੇ ਕਦੀ ਪਾਂਡਵਾਂ ਨੇ ਵੀ ਯੋਗ ਸਾਧਨਾ ਕੀਤੀ ਸੀ। ਗੁਰੂ ਸਾਹਿਬ ਆਪਣੇ ਪੂਰਬਲੇ ਜਨਮ ਦਾ ਨਾਮ ਦੁਸ਼ਟ ਦਮਨ ਲਿਖਦੇ ਹਨ। ਗੁਰੂ ਸਾਹਿਬ ਲਿਖਦੇ ਹਨ, ਤਹਿ ਹਮ ਅਨਿਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ। ਇਹ ਬਿਦ ਕਰਤ ਤਪਸਿਆ ਭਇਓ ਦਵੈਤੇ ਏਕ ਰੂਪ ਹਵੈ ਗਿਓ। ਉਸ ਪਰਮਾਤਮਾ ਦਾ ਨਾਮ ਜਪਦੇ ਹੋਏ ਉਸ ਦੀ ਆਰਾਧਨਾ ਕਰਦੇ ਹੋਏ ਪਰਮਾਤਮਾ ਤੇ ਮੈਂ ਇੱਕ ਮਿਕ ਹੋ ਗਏ। ਤਾਤ ਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ। ਤਿਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਮਾਤ ਲੋਕ ਵਿੱਚ ਮੇਰੇ ਪਿਤਾ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰ ਕੌਰ ਜੀ ਉਸ ਪਰਮਾਤਮਾ ਦੀ ਭਗਤੀ ਕਰ ਰਹੇ ਸਨ। ਤਿਨ ਪ੍ਰਭ ਜਬ ਆਇਸ ਮੋਹਿ ਦੀਆ ਤਬ ਹਮ ਜਨਮ ਕਲੂ ਮੈਂ ਲੀਆ। ਗੁਰੂ ਸਾਹਿਬ ਲਿਖਦੇ ਹਨ, ਅਕਾਲ ਪੁਰਖ ਜੀ ਦਾ ਹੁਕਮ ਪਾ ਕੇ ਮੈਂ ਮਾਤ ਲੋਕ ਵਿੱਚ ਅਵਤਾਰ ਲਿਆ। ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਿਓ। ਗੁਰੂ ਸਾਹਿਬ ਜੀ ਦੀ ਜੋ ਖਾਲਸਾ ਪੰਥ ਤੇ ਸਿੱਖ ਪੰਥ ਨੂੰ ਦੇਣ ਹੈ ਉਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੀ ਇਸ ਪੂਰੇ ਦੇਸ਼ ਨੂੰ ਔਰੰਗਜ਼ੇਬ ਦੇ ਅਤੇ ਮੁਗਲਾਂ ਦੇ ਜ਼ੁਲਮ ਤੋਂ ਆਜ਼ਾਦ ਕਰਵਾਇਆ ਸੀ। ਚਿਤ ਨਾ ਭਇਓ ਚਿਤ ਨਾ ਭਇਓ ਅਮਰੋ ਆਵਨ ਕਹਿ ਚੁਬੀ ਰਹੇ ਸੁਤ ਤਬ ਚਰਨਨ ਮੈਂ। ਦੱਸਿਆ ਜਾਂਦਾ ਹੈ ਕਿ 18ਵੀਂ ਸਦੀ ਵਿੱਚ ਇਤਿਹਾਸਕਾਰ ਪੰਡਿਤ ਤਾਰਾ ਹਰ ਨਰੋਤਮ ਜੀ ਨੇ ਇਸ ਸਥਾਨ ਦੀ ਭਾਲ ਕੀਤੀ ਸੀ ਅਤੇ ਆਪਣੇ ਗ੍ਰੰਥ ਸ੍ਰੀ ਗੁਰੂ ਤੀਰਥ ਸੰਗ੍ਰਹਿ ਵਿੱਚ ਇਸ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਭਾਈ ਵੀਰ ਸਿੰਘ ਜੀ ਨੇ ਆਪਣੀ ਰਚਨਾ ਕਲਗੀਧਰ ਚਮਤਕਾਰ ਵਿੱਚ ਇਸ ਸਥਾਨ ਦਾ ਜ਼ਿਕਰ ਕੀਤਾ ਸੀ। ਕਲਗੀਧਰ ਚਮਤਕਾਰ ਪੜ੍ਹ ਕੇ ਫੌਜ ਵਿੱਚੋਂ ਰਿਟਾਇਰ ਸੰਤ ਸੋਹਣ ਸਿੰਘ ਜੀ ਨੇ ਇਸ ਸਥਾਨ ਦੀ ਭਾਲ ਸ਼ੁਰੂ ਕੀਤੀ। ਇਸ ਸਥਾਨ ਨੂੰ ਬਹੁਤ ਹੀ ਮੁਸ਼ਕਿਲਾਂ ਦੇ ਨਾਲ, ਬਹੁਤ ਕਠਿਨਾਈਆਂ ਦੇ ਨਾਲ ਤੇ ਕਈ ਸਾਲ ਲੱਭਣ ਤੋਂ ਬਾਅਦ ਸੰਤ ਸੋਹਣ ਸਿੰਘ ਜੀ ਨੇ ਆਖਿਰਕਾਰ 1934 ਵਿੱਚ ਗੁਰਦੁਆਰਾ ਹੇਮਕੁੰਟ ਸਾਹਿਬ ਜੀ ਦਾ ਅਸਥਾਨ ਲੱਭ ਲਿਆ। ਇਸ ਸਥਾਨ ਦੀ ਖੋਜ ਕਰਨ ਤੋਂ ਬਾਅਦ ਸੰਤ ਸੋਹਣ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਅਤੇ ਹੋਰ ਕਮੇਟੀਆਂ ਤੱਕ ਵੀ ਪਹੁੰਚ ਕੀਤੀ, ਪਰ ਜਦੋਂ ਕੋਈ ਭਰਵਾ ਹੁੰਗਾਰਾ ਨਾ ਮਿਲਿਆ ਤਾਂ ਉਹਨਾਂ ਨੇ ਭਾਈ ਵੀਰ ਸਿੰਘ ਜੀ ਨੂੰ ਇਸ ਸਥਾਨ ਬਾਰੇ ਦੱਸਿਆ ਕਿ ਮੈਂ ਗੁਰੂ ਸਾਹਿਬ ਜੀ ਦਾ ਸਥਾਨ ਲੱਭ ਲਿਆ ਹੈ। ਭਾਈ ਵੀਰ ਸਿੰਘ ਜੀ ਨੇ ਪੂਰੀ ਜਾਣਕਾਰੀ ਹਾਸਲ ਕੀਤੀ ਅਤੇ ਖੁਸ਼ ਹੋਏ। ਉਹਨਾਂ ਨੇ ਆਪਣੇ ਵੱਲੋਂ ਕੁਝ ਮਾਇਆ ਦਿੱਤੀ ਅਤੇ ਉੱਥੇ ਗੁਰਦੁਆਰਾ ਬਣਾਉਣ ਲਈ ਕਿਹਾ। ਸੰਤ ਸੋਹਣ ਸਿੰਘ ਜੀ ਬਾਬਾ ਮੋਦਨ ਸਿੰਘ ਜੀ ਨੂੰ ਨਾਲ ਲੈ ਕੇ ਗਏ ਅਤੇ ਗੁਰਦੁਆਰਾ ਸਾਹਿਬ ਜੀ ਦਾ ਕਾਰਜ ਆਰੰਭ ਕੀਤਾ। ਸੰਨ 1936 ਵਿੱਚ ਗੁਰਦੁਆਰਾ ਹੇਮਕੁੰਟ ਸਾਹਿਬ ਜੀ ਦੀ ਪਹਿਲੀ ਇਮਾਰਤ ਬਣੀ ਜੋ ਇੱਕ 10 ਫੁੱਟ ਬਾਈ 10 ਫੁੱਟ ਦਾ ਗੁਰਦੁਆਰਾ ਸੀ। 1937 ਵਿੱਚ ਭਾਈ ਵੀਰ ਸਿੰਘ ਜੀ ਨੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਦਿੱਤਾ ਜਿਸ ਦਾ ਪ੍ਰਕਾਸ਼ ਹੇਮਕੁੰਟ ਸਾਹਿਬ ਵਿਖੇ ਕੀਤਾ ਗਿਆ। ਭਾਈ ਵੀਰ ਸਿੰਘ ਜੀ ਨੇ ਆਪਣੀਆਂ ਲਿਖਤਾਂ ਵਿੱਚ ਇਸ ਸਥਾਨ ਦਾ ਪ੍ਰਚਾਰ ਸ਼ੁਰੂ ਕੀਤਾ ਅਤੇ ਸੰਗਤਾਂ ਨੇ ਹੌਲੀ ਹੌਲੀ ਇੱਥੇ ਦੀ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ। ਸੰਤ ਸੋਹਣ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਬਾਬਾ ਮੋਦਨ ਸਿੰਘ ਜੀ ਨੇ 21 ਸਾਲ ਦੇ ਕਰੀਬ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ। ਸਾਧ ਸੰਗਤ ਜੀ, ਗੁਰਦੁਆਰਾ ਗੋਬਿੰਦ ਧਾਮ ਸਾਹਿਬ ਵਿਖੇ ਜੋ ਤੁਸੀਂ ਇਹ ਰੁੱਖ ਦੇਖਦੇ ਹੋ, ਬਾਬਾ ਮੋਦਨ ਸਿੰਘ ਜੀ ਇਸੇ ਰੁੱਖ ਵਿੱਚ ਆ ਕੇ ਆਪਣੀ ਰਾਤ ਬਤੀਤ ਕਰਿਆ ਕਰਦੇ ਸਨ। ਜੰਗਲ ਬਿਆਬਾਨ ਸੀ, ਜਾਨਵਰਾਂ ਦਾ ਵੀ ਡਰ ਸੀ, ਕਹਿਰ ਦੀ ਸਰਦੀ ਹੋਇਆ ਕਰਦੀ ਸੀ ਤੇ ਉਦੋਂ ਖਾਸ ਪ੍ਰਬੰਧ ਵੀ ਨਹੀਂ ਹੁੰਦੇ ਸਨ। ਦਿਨੇ ਬਾਬਾ ਜੀ ਹੇਮਕੁੰਟ ਸਾਹਿਬ ਸੇਵਾ ਕਰਦੇ ਹੋਣਗੇ ਤੇ ਰਾਤ ਨੂੰ ਇੱਥੇ ਆਰਾਮ ਕਰਦੇ ਹੋਣਗੇ। ਬਾਬਾ ਜੀ ਨੇ ਹੀ ਗੁਰਦੁਆਰਾ ਹੇਮਕੁੰਟ ਸਾਹਿਬ ਟਰਸਟ ਦਾ ਨਿਰਮਾਣ ਕੀਤਾ। ਬਾਬਾ ਮੋਦਨ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ
ਅੱਜ ਵੀ ਇਹ ਟਰਸਟ ਸੇਵਾ ਸੰਭਾਲ ਕਰ ਰਿਹਾ ਹੈ। ਇੱਥੇ ਅੱਜ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਦੇ ਸੁੰਦਰ ਸਥਾਨ ਹਨ, ਗੁਰਦੁਆਰਾ ਗੋਬਿੰਦ ਧਾਮ ਸਾਹਿਬ ਦੇ ਸੁੰਦਰ ਸਥਾਨ ਹਨ। ਸੰਗਤਾਂ ਲਈ ਲੰਗਰ ਦਾ, ਰਹਿਣ ਦਾ, ਖਾਣ ਪੀਣ ਦਾ, ਮੈਡੀਕਲ ਦਾ ਹਰ ਤਰ੍ਹਾਂ ਦਾ ਪ੍ਰਬੰਧ ਹੈ। ਅੱਜ ਤੁਸੀਂ ਇੱਥੇ ਮੋਟਰਸਾਈਕਲ ਰਾਹੀਂ, ਗੱਡੀਆਂ ਰਾਹੀਂ, ਕਾਰਾਂ ਰਾਹੀਂ, ਬੱਸਾਂ ਰਾਹੀਂ ਤੇ ਹੈਲੀਕਾਪਟਰ ਰਾਹੀਂ ਯਾਤਰਾ ਕਰ ਸਕਦੇ ਹੋ। ਹਰ ਤਰ੍ਹਾਂ ਦੀ ਸੁਵਿਧਾ ਤੁਹਾਨੂੰ ਮਿਲ ਜਾਏਗੀ। ਤੁਸੀਂ ਅੱਜ ਜੋ ਹੇਮਕੁੰਟ ਸਾਹਿਬ ਜੀ ਦੀ ਸੁੰਦਰ ਇਮਾਰਤ ਦੇ ਦਰਸ਼ਨ ਕਰਦੇ ਹੋ, ਇਸ ਦਾ ਨਿਰਮਾਣ 1968 ਵਿੱਚ ਹੋਇਆ ਸੀ। ਜੋਸ਼ੀ ਮੱਠ ਤੋਂ ਵੀ ਗੋਬਿੰਦ ਘਾਟ ਦੀ ਸੜਕ ਦਾ ਹੌਲੀ ਕੰਮ ਹੋਇਆ। ਪਹਿਲੇ ਇੱਥੇ ਆਉਣਾ ਬਹੁਤ ਔਖਾ ਸੀ, ਪਰ ਅੱਜ ਸੰਗਤਾਂ ਲਈ ਬਹੁਤ ਸੁਖਾਲਾ ਹੋ ਗਿਆ ਹੈ। ਸੜਕਾਂ ਵੀ ਬਹੁਤ ਵਧੀਆ ਬਣ ਗਈਆਂ ਹਨ ਤੇ ਚੜ੍ਹਾਈ ਦਾ ਰਸਤਾ ਵੀ ਪਹਿਲਾਂ ਨਾਲੋਂ ਬਹੁਤ ਬਿਹਤਰ, ਬਹੁਤ ਵਧੀਆ ਹੋ ਚੁੱਕਾ ਹੈ। ਅੱਜ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਇਸ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਦੀਆਂ ਹਨ। ਸਾਲ ਦੇ ਕੁਝ ਮਹੀਨੇ ਇੱਥੇ ਗੁਰਦੁਆਰਾ ਸਾਹਿਬ ਜੀ ਦਾ ਰਸਤਾ ਖੁੱਲ੍ਹਦਾ ਹੈ ਤੇ ਪ੍ਰਕਾਸ਼ ਹੁੰਦਾ ਹੈ। ਬਹੁਤ ਉਤਸ਼ਾਹ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਥੇ ਲਿਆਏ ਜਾਂਦੇ ਹਨ। ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ ਜਾਂਦਾ ਹੈ। ਸੰਗਤ ਇੱਥੇ ਦੀ ਖੂਬਸੂਰਤੀ, ਇੱਥੇ ਦੇ ਕੁਦਰਤੀ ਨਜ਼ਾਰਿਆਂ ਦਾ ਵੀ ਭਰਪੂਰ ਆਨੰਦ ਲੈਂਦੀ ਹੈ। ਇੱਥੇ ਦੇ 7 ਪਹਾੜਾਂ ਦੇ ਵਿਚਕਾਰ ਜੋ ਸੁੰਦਰ ਸਰੋਵਰ ਹੈ, ਸੰਗਤਾਂ ਇੱਥੇ ਇਸ਼ਨਾਨ ਕਰਦੀਆਂ ਹਨ ਅਤੇ ਗੁਰਦੁਆਰਾ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ ਤੇ ਇੱਕ ਤ੍ਰਿਪਤੀ ਮਿਲਦੀ ਹੈ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ। ਗੁਰਦੁਆਰਾ ਹੇਮਕੁੰਟ ਸਾਹਿਬ ਜੀ ਵਿਖੇ ਛੋਟਾ ਜਿਹਾ ਬਾਜ਼ਾਰ ਵੀ ਹੈ। ਕੋਸ਼ਿਸ਼ ਕਰੋ ਤੁਸੀਂ ਜੋ ਖਰੀਦਦਾਰੀ ਕਰਨੀ ਹੈ ਨੀਚੋਂ ਕਰਕੇ ਲੈ ਕੇ ਆਓ। ਇੱਥੇ ਆਪ ਜੀ ਨੂੰ ਖਿਚੜੀ ਅਤੇ ਚਾਹ ਦਾ ਲੰਗਰ ਮਿਲੇਗਾ, ਜਿਸ ਦਾ ਸਵਾਦ ਹੀ ਵੱਖਰਾ ਹੁੰਦਾ ਹੈ। ਸਾਧ ਸੰਗਤ ਜੀ, ਸੰਗਤ ਦੇ ਦਰਸ਼ਨ ਕਰਨ ਤੋਂ ਬਾਅਦ ਦੁਪਹਿਰੇ 2 ਜਾਂ 3 ਵਜੇ ਸੰਗਤ ਨੂੰ ਵਾਪਸ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਭੇਜਣਾ ਸ਼ੁਰੂ ਕੀਤਾ ਜਾਂਦਾ ਹੈ। ਇੱਕ ਤਾਂ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਸੰਗਤਾਂ ਦੇ ਰਹਿਣ ਲਈ ਕੋਈ ਪ੍ਰਬੰਧ ਨਹੀਂ ਹੈ। ਇੱਥੇ ਰਾਤ ਨੂੰ ਆਕਸੀਜਨ ਦਾ ਲੈਵਲ ਵੀ ਘਟ ਜਾਂਦਾ ਹੈ। ਸੰਗਤਾਂ ਨੂੰ ਵੀ ਬੇਨਤੀ ਹੈ ਕਿ ਦਰਸ਼ਨ ਕਰਨ ਤੋਂ ਬਾਅਦ ਸਮੇਂ ਸਿਰ ਨੀਚੇ ਧਾਮ ਵੱਲ ਜਾਣਾ ਸ਼ੁਰੂ ਕਰ ਦਿੱਤਾ ਜਾਵੇ, ਤਾਂ ਜੋ ਹਨੇਰਾ ਹੋਣ ਤੋਂ ਪਹਿਲੇ ਤੁਸੀਂ ਸੇਫ ਅਤੇ ਸੁਰੱਖਿਅਤ ਧਾਮ ਦੇ ਸਥਾਨ 'ਤੇ ਪਹੁੰਚ ਸਕੋ। ਜੋ ਮੈਂ ਆਬਜ਼ਰਵ ਕੀਤਾ ਕਿ ਵਾਪਸ ਆਉਣ ਲਈ ਤੁਸੀਂ ਪੌੜੀਆਂ ਦਾ ਰਸਤਾ ਚੁਣ ਸਕਦੇ ਹੋ। ਜਾਣ ਵੇਲੇ ਤੁਸੀਂ ਭਾਵੇਂ ਵੱਡਾ ਰਸਤਾ ਲੈ ਲਓ, ਪਰ ਵਾਪਸ ਆਉਣ ਵੇਲੇ ਪੌੜੀਆਂ ਦਾ ਰਸਤਾ ਠੀਕ ਹੈ। ਸਾਧ ਸੰਗਤ ਜੀ, ਇਤਿਹਾਸ ਦੀ ਸਾਂਝ ਕਰਦੇ ਜਾਂ ਗੁਰਦੁਆਰਾ ਸਾਹਿਬ ਸੰਬੰਧੀ ਜਾਣਕਾਰੀ ਦੀ ਸਾਂਝ ਕਰਦੇ ਕਈ ਭੁੱਲਾਂ ਹੋਈਆਂ ਹੋਣਗੀਆਂ, ਮੁਆਫ ਕਰਨਾ। ਅਸੀਂ ਗੁਰੂ ਸਾਹਿਬ ਜੀ ਦਾ ਸ਼ੁਕਰ ਕਰਦੇ ਹਾਂ ਜਿਨ੍ਹਾਂ ਨੇ ਸਾਡੇ 'ਤੇ ਕਿਰਪਾ ਕਰਕੇ, ਤਰਸ ਕਰਕੇ ਇਸ ਸਥਾਨ ਦੇ ਦਰਸ਼ਨ ਕਰਵਾਏ। ਵੀਡੀਓ ਆਪ ਜੀ ਨੂੰ ਪਸੰਦ ਆਵੇ, ਲਾਈਕ ਸ਼ੇਅਰ ਜ਼ਰੂਰ ਕਰਨਾ। ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਹੋਵੇ ਕਮੈਂਟ ਵਿੱਚ ਜ਼ਰੂਰ ਲਿਖਣਾ ਜੀ। ਚੈਨਲ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਜ਼ਰੂਰ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।